ਡੀਅਰ ਸਟੂਡੈਂਟ, ਅੱਜ ਅਸੀਂ ਜਿਹੜਾ ਹੈ ਇੱਕ ਨਵਾਂ ਟੌਪਿਕ ਜਿਹੜਾ ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਫ੍ਰਿਕਸ਼ਨ, ਫੋਰਸ ਆਫ ਫ੍ਰਿਕਸ਼ਨ। ਸਾਡੇ ਜਿਹੜੇ ਨੈਕਸਟ 2 ਜਾਂ 3 ਜਿਹੜੇ ਲੈਕਚਰਸ ਹੋਣਗੇ ਉਹ ਸਾਰੇ ਜਿਹੜੇ ਨੇ ਸਾਡੇ ਫ੍ਰਿਕਸ਼ਨ ਦੇ ਉੱਪਰ ਹੀ ਜਿਹੜਾ ਹੈ ਉਹ ਬੇਸ ਹੋਣਗੇ। ਆਓ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਵਾਟ ਇਜ਼ ਫੋਰਸ ਆਫ ਫ੍ਰਿਕਸ਼ਨ। ਫੋਰਸ ਆਫ ਫ੍ਰਿਕਸ਼ਨ ਹੈ ਕੀ? ਮੰਨ ਲਓ ਕਿ ਸਾਡੇ ਕੋਲ ਇੱਕ ਰਫ ਸਰਫੇਸ ਹੈ, ਇਹ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਸਰਫੇਸ, ਦਿਸ ਇਜ਼ ਅ ਰਫ ਸਰਫੇਸ। ਇਸ ਰਫ ਸਰਫੇਸ ਦੇ ਉੱਪਰ ਇੱਕ ਮੰਨ ਲਓ ਸਾਡੇ ਕੋਲ ਇੱਕ ਵੁਡਨ ਦਾ ਬਲੌਕ ਹੈ। ਦਿਸ ਇਜ਼ ਅ ਵੁਡਨ ਬਲੌਕ placed on the rough surface. When I applied a small force, just give a gentle push, ਥੋੜਾ ਜਿਹਾ ਅਸੀਂ ਬਲੌਕ ਨੂੰ ਜਦੋਂ ਅਸੀਂ ਧੱਕਦੇ ਹਾਂ, ਅਸੀਂ ਕਹਿਣ ਦਾ ਮਤਲਬ ਬਾਹਰੋਂ ਅਸੀਂ ਜਿਹੜੀ ਫੋਰਸ ਅਪਲਾਈਡ ਕੀਤੀ F, ਤੇ ਕੀ ਹੋਏਗਾ? ਤੁਸੀਂ ਦੇਖਿਆ ਕਿ ਜਿਹੜਾ ਬਲੌਕ ਹੈ ਥੋੜਾ ਜਿਹਾ ਡਿਸਟੈਂਸ ਕਵਰ ਕਰਨ ਤੋਂ ਬਾਅਦ ਉਹ ਰੁਕ ਜਾਂਦਾ ਹੈ। ਇਹਦਾ ਮਤਲਬ ਕੀ ਹੋਇਆ? ਮੈਂ ਤੇ ਇਹਦੇ ਉੱਪਰ ਫੋਰਸ ਲਗਾਈ ਸੀ, ਪਰ ਬਲੌਕ ਥੋੜਾ ਜਿਹਾ ਡਿਸਟੈਂਸ ਕਰਕੇ ਰੁਕ ਗਿਆ। ਇਹਦਾ ਮਤਲਬ ਹੈ ਕਿ ਨਿਊਟਨ ਸੈਕੰਡ ਲਾਅ ਦੇ ਅਕੋਰਡਿੰਗ ਕੋਈ ਨਾ ਕੋਈ ਜਿਹੜੀ ਹੈ ਇਹਦੇ ਉੱਪਰ ਰਿਟਾਰਡਿੰਗ ਫੋਰਸ ਐਕਟ ਹੋਈ ਹੈ। ਰਿਟਾਰਡਿੰਗ ਫੋਰਸ ਉਹ ਹੁੰਦੀ ਹੈ ਜਿਹੜੀ ਬਾਡੀ ਨੂੰ ਰੋਕ ਦਿੰਦੀ ਹੈ। ਮੈਂ ਜਦੋਂ ਫੋਰਸ ਲਗਾਈ, ਅਪਲਾਈਡ ਕਿੰਨੀ F, after covering a small distance, body come to at rest. It means some retarding force act on the body. ਉਹ retarding force ਨੇ body ਨੂੰ ਜਿਹੜਾ ਅੱਗੇ ਜਾਣ ਤੋਂ ਰੋਕ ਲਿਆ, ਤੇ ਉਹ ਵਾਲੀ ਫੋਰਸ ਜਿੰਨੇ body ਨੂੰ ਰੋਕ ਦਿੱਤਾ, ਉਸ ਫੋਰਸ ਨੂੰ ਅਸੀਂ ਬੋਲਦੇ ਹਾਂ force of friction. That is called force of friction. देखो applied force ਤੁਹਾਡੀ ਇਸ ਸਾਈਡ 'ਚ ਹੈ ਤੇ friction ਜਿਹੜੀ ਹੈ ਉਹਦੇ ਹਮੇਸ਼ਾ opposite ਹੋਏਗੀ। applied force ਦੇ opposite direction 'ਚ ਲੱਗ ਗਈ, ਜਿੰਨੇ ਸਾਡੀ ਬਾਡੀ ਦੀ ਮੋਸ਼ਨ ਨੂੰ ਜਿਹੜਾ ਹੈ ਸਟਾਪ ਕਰ ਦਿੱਤਾ। It means ਜਿਹੜੀ force of friction ਹੈ, it always act opposite to the direction of motion. ਜਿੱਧਰ ਨੂੰ ਬਾਡੀ ਜਿਹੜੀ ਆ ਮੂਵ ਕਰਦੀ ਹੈ ਉਹਦੇ ਆਪੋਜਿਟ ਜਿਹੜੀ ਹੈ ਉਹ ਐਕਟ ਕਰੇਗੀ। ਨਾਓ ਇਸ ਡਾਇਗਰਾਮ 'ਚ ਇੱਕ ਚੀਜ਼ ਨੋਟ ਕਰੋ, ਅਪਲਾਈਡ ਫੋਰਸ ਵਾਸਤੇ ਦੇਖੋ ਮੈਂ ਇੱਥੋਂ ਸ਼ੋ ਕੀਤਾ ਹੈ, ਇਹ ਮੇਰੀ ਹੈਗੀ ਹੈ ਅਪਲਾਈਡ ਫੋਰਸ, ਬਟ ਜਿਹੜੀ ਫ੍ਰਿਕਸ਼ਨ ਹੈ ਉਹਨੂੰ ਦੇਖੋ ਮੈਂ ਕਿੱਥੇ ਸ਼ੋ ਕਰ ਰਿਹਾ। ਇਹ ਜਿਹੜਾ ਪੁਆਇੰਟ ਆਫ ਕੰਟੈਕਟ ਹੈ, ਦਿਸ ਇਜ਼ ਅ ਸਰਫੇਸ of contact. ਇਹ ਸਾਡਾ ਜਿਹੜਾ ਹੈ surface of contact, ਆਹ ਵਾਲਾ ਹਿੱਸਾ ਜਿੱਥੇ ਦੋ ਬੋਡੀਜ਼ ਆਪਸ ਵਿੱਚ ਕੰਟੈਕਟ ਚ ਆਈਆਂ, that is the surface of contact. ਜਿੱਥੇ surface of contact ਹੋਏਗਾ ਉੱਥੇ ਜਿਹੜੀ ਹੈ ਤੁਹਾਡੀ ਫ੍ਰਿਕਸ਼ਨ ਨੇ ਪੈਦਾ ਹੋਣਾ ਹੈ। ਇਹਦਾ ਮਤਲਬ ਫ੍ਰਿਕਸ਼ਨ ਇੱਕ ਜਸਟ ਇੱਕ ਕੰਟੈਕਟ ਫੋਰਸ ਹੈ। ਜਦੋਂ ਦੋ ਬਾਡੀਜ਼ ਆਪਸ ਵਿੱਚ ਕੰਟੈਕਟ ਹੋਏਗਾ, ਇਹਦਾ ਮਤਲਬ ਹੈ ਉਦੋਂ ਹੀ ਤੁਹਾਡੀ ਜਿਹੜੀ ਹੈ ਉਹ ਫ੍ਰਿਕਸ਼ਨ ਪੈਦਾ ਹੋਏਗੀ। ਤੇ ਫ੍ਰਿਕਸ਼ਨ ਨੂੰ ਤੁਸੀਂ, ਕਈ ਬੱਚੇ ਕੀ ਕਰਦੇ ਆ ਕਿ ਫ੍ਰਿਕਸ਼ਨ ਨੂੰ ਇਸ ਤਰ੍ਹਾਂ ਸ਼ੋ ਕਰ ਦਿੰਦੇ ਆ, ਦਿਸ ਇਜ਼ ਦਾ ਫ੍ਰਿਕਸ਼ਨ। ਇਸ ਤਰ੍ਹਾਂ ਤੁਸੀਂ ਨਹੀਂ ਸ਼ੋ ਕਰਨਾ। ਫ੍ਰਿਕਸ਼ਨ ਨੂੰ ਜਦੋਂ ਵੀ ਸ਼ੋ ਕਰਨਾ ਹੈ ਐਟ ਦਾ ਪੁਆਇੰਟ ਆਫ ਕੰਟੈਕਟ, ਜਿੱਥੇ ਆ ਦੋ ਪੁਆਇੰਟ ਆਫ ਕੰਟੈਕਟ ਹੈ, ਇੱਥੇ ਅਸੀਂ ਜਿਹੜੀ ਹੈ ਉਹ ਫ੍ਰਿਕਸ਼ਨ ਨੂੰ ਆਪਾਂ ਸ਼ੋ ਕਰਨਾ ਹੈ। ਇਹਦਾ ਮਤਲਬ ਆਓ ਇਹਦੀ ਪਹਿਲਾਂ ਹੁਣ ਅਸੀਂ ਡੈਫੀਨੇਸ਼ਨ ਦੇਖੀਏ। ਇਟ ਇਜ਼ ਐਨ, ਇਟ ਮੀਨਸ ਫ੍ਰਿਕਸ਼ਨ, ਫੋਰਸ ਆਫ ਫ੍ਰਿਕਸ਼ਨ ਇਜ਼ ਐਨ ਅਪੋਜ਼ਿੰਗ ਫੋਰਸ। ਪਹਿਲੀ ਗੱਲ ਤੇ ਯਾਦ ਰੱਖਣਾ ਹੈ ਕਿ ਇਹ ਇੱਕ ਅਪੋਜ਼ਿੰਗ ਫੋਰਸ ਹੈ, ਹਮੇਸ਼ਾ ਆਪੋजिट ਲੱਗੇਗੀ। ਵਿਚ ਕਮਸ ਇਨਟੂ ਪਲੇ, ਕਮਸ ਇਨਟੂ ਪਲੇ ਮੈਨੇ ਜਿਹੜੀ ਪੈਦਾ ਹੋਏਗੀ, ਇੱਕ ਅਪੋਜ਼ਿੰਗ ਫੋਰਸ ਹੈ ਜਿਹੜੀ ਪੈਦਾ ਹੋਏਗੀ। ਕਦੋਂ ਪੈਦਾ ਹੋਏਗੀ? when one body moves or try to move, ਜਦੋਂ ਇੱਕ ਬਾਡੀ ਦੂਜੀ ਬਾਡੀ ਉੱਪਰ ਮੂਵ ਕਰੇ। ਇੱਕ ਆ ਤੁਹਾਡੇ ਕੋਲ ਆਹ ਵਾਲੀ ਬਾਡੀ ਹੈ ਥੱਲੇ ਸਰਫੇਸ, one body is this,
ਤੇ ਇਹ ਤੁਹਾਡੇ ਕੋਲ ਹੈਗੀ ਆ ਸੈਕੰਡ ਬੋਡੀ। one body moves over the second body ਜਾਂ try to move, ਜਾਂ move ਕਰਨ ਦੀ ਕੋਸ਼ਿਸ਼ ਕਰੇ ਜਾਂ move ਕਰੇ ਜਾਂ slide ਕਰੇ ਜਾਂ slide ਕਰਨ ਦੀ ਕੋਸ਼ਿਸ਼ ਕਰੇ, then try to move over the surface of another body। it means ਜਦੋਂ ਇੱਕ ਬੋਡੀ ਦੂਜੀ ਬੋਡੀ ਦੇ ਉੱਪਰ ਜਿਹੜਾ ਹੈ ਮੂਵ ਕਰੇ ਜਾਂ ਮੂਵ ਕਰਨ ਦੀ ਕੋਸ਼ਿਸ਼ ਕਰੇ, ਉਸ ਟਾਈਮ ਦੇ ਉੱਤੇ ਜਿਹੜੀ ਆਪੋਜ਼ਿੰਗ ਫੋਰਸ ਪੈਦਾ ਹੁੰਦੀ ਹੈ ਉਸ ਨੂੰ ਅਸੀਂ ਬੋਲਦੇ ਹਾਂ ਫੋਰਸ ਆਫ ਫ੍ਰਿਕਸ਼ਨ। ਐਂਡ ਇਟ ਆਲਵੇਜ਼ ਐਕਟ, ਇਹ ਹਮੇਸ਼ਾ ਕਿੱਥੇ ਐਕਟ ਕਰੇਗੀ? ਪੈਰਲਲ ਟੂ ਦਾ ਸਰਫੇਸ ਆਫ ਕੰਟੈਕਟ, ਜਿੱਥੇ ਦੋ ਬੋਡੀਜ਼ ਦਾ ਆਪਸ ਵਿੱਚ ਕੰਟੈਕਟ ਹੋ ਰਿਹਾ ਹੈ ਇਹ ਹਮੇਸ਼ਾ ਉਹਦੇ ਬਿਲਕੁਲ ਪੈਰਲਲ ਦਾ ਮਤਲਬ ਟੈਂਜੈਂਸ਼ੀਅਲ, ਬਿਲਕੁਲ ਸਰਫੇਸ ਦੇ ਅਲੋਂਗ ਹੋਏਗੀ। ਮੰਨ ਲਓ ਆ ਦੋ ਬੋਡੀਜ਼ ਨੇ, ਇਹਨਾਂ ਦਾ ਇੱਥੇ ਕੰਟੈਕਟ ਹੋ ਰਿਹਾ ਹੈ ਤੇ ਫ੍ਰਿਕਸ਼ਨ ਜਿਹੜੀ ਹੈ ਇੱਥੇ ਜਿਹੜੀ ਹੈ ਉਹ ਪੈਦਾ ਹੋਏਗੀ। ਇਟ ਇਜ਼ ਪੈਰਲਲ ਟੂ ਦਾ ਪੁਆਇੰਟ ਆਫ ਜਾਂ ਸਰਫੇਸ ਆਫ ਕੰਟੈਕਟ ਆਫ ਟੂ ਬੋਡੀ। ਇਹ ਸਰਫੇਸ ਆਫ ਕੰਟੈਕਟ ਦੇ ਉੱਤੇ ਹੀ ਜਿਹੜੀ ਹੈ ਪੈਦਾ ਹੋਏਗੀ। ਤੇ ਜੇ ਮੈਂ ਇੱਕ ਬੋਡੀ ਨੂੰ ਦੂਜੇ ਬੋਡੀ ਨਾਲ ਟੱਚ ਹੀ ਨਹੀਂ ਕਰਦਾ, ਉੱਪਰ ਰੱਖਦੇ ਇਸ ਤਰ੍ਹਾਂ, ਦੈਨ ਕੋਈ ਵੀ ਜਿਹੜੀ ਹੈ ਉਹ ਫ੍ਰਿਕਸ਼ਨ ਪੈਦਾ ਨਹੀਂ ਹੋਏਗੀ। ਫ੍ਰਿਕਸ਼ਨ ਨੇ ਉਦੋਂ ਹੀ ਪੈਦਾ ਹੋਣਾ ਹੈ ਜਦੋਂ one body moves over the surface of another body or try to move over the surface of another body। now ਇਹਦਾ ਜਿਹੜਾ ਹੁਣ ਨੈਕਸਟ ਅਸੀਂ ਡਿਸਕਸ ਕਰਨ ਜਾ ਰਹੇ ਹਾਂ, what is the cause of friction। ਫ੍ਰਿਕਸ਼ਨ ਦਾ ਕਾਰਨ ਜਿਹੜਾ ਹੈ ਉਹ ਕੀ ਹੈ? ਨਾਓ ਨੈਕਸਟ ਟੌਪਿਕ ਜਿਹੜਾ ਹੈ ਕਾਜ਼, ਕਾਹਦਾ ਕਾਜ਼ ਅਸੀਂ ਸਟੱਡੀ ਕਰਾਂਗੇ? ਕਾਜ਼ ਆਫ ਫ੍ਰਿਕਸ਼ਨ। ਫ੍ਰਿਕਸ਼ਨ ਦਾ ਕਾਰਨ ਕੀ ਹੈ? ਫ੍ਰਿਕਸ਼ਨ ਦਾ ਜਿਹੜਾ ਕਾਰਨ ਹੈ ਕਿ ਫ੍ਰਿਕਸ਼ਨ ਕਿਉਂ ਪੈਦਾ ਹੋ ਜਾਂਦੀ ਹੈ, ਇਹਦੇ ਵਾਸਤੇ ਜਿਹੜਾ ਹੈ ਸਾਡੇ ਕੋਲ ਦੋ ਥਿਊਰੀਜ਼ ਹੈਗੀਆਂ ਨੇ। ਪਹਿਲੀ ਥਿਊਰੀ ਜਿਹੜੀ ਹੈ ਉਸ ਨੂੰ ਅਸੀਂ ਬੋਲਦੇ ਹਾਂ 올ਡ ਵਿਊ, ਜਿਹੜੀ ਪੁਰਾਣੀ ਚੱਲਦੀ ਸੀ, that is the old view। ਸਾਡਾ ਜਿਹੜਾ ਹੈ 올ਡ ਜਿਹੜੀ ਥਿਊਰੀ ਹੈ। ਉਸ ਤੋਂ ਬਾਅਦ ਜਿਹੜੀ ਅੱਜ ਕੱਲ ਚੱਲਦੀ ਹੈ ਉਹ ਸਾਡੇ ਕੋਲ ਆ ਗਈ ਮਾਡਰਨ ਵਿਊ। ਦੋ ਤਰੀਕੇ ਦੇ ਨਾਲ ਅਸੀਂ ਜਿਹੜਾ ਹੈ ਫ੍ਰਿਕਸ਼ਨ ਦਾ ਰੀਜ਼ਨ, ਉਹਦਾ ਕਾਰਨ, ਉਹਦਾ ਕਾਜ਼ ਜਿਹੜਾ ਹੈ ਅਸੀਂ ਐਕਸਪਲੇਨ ਕਰਦੇ ਹਾਂ। ਆਓ ਸਭ ਨਾਲੋਂ ਪਹਿਲਾਂ ਜਿਹੜਾ ਹੈ ਅਸੀਂ 올ਡ ਵਿਊ ਨੂੰ ਅਸੀਂ ਸਟੱਡੀ ਕਰਦੇ ਹਾਂ ਕਿ ਫ੍ਰਿਕਸ਼ਨ ਦਾ ਕਾਰਨ ਪਹਿਲਾਂ ਕੀ ਮੰਨਦੇ ਸੀ ਅਸੀਂ। ਰਫਨੈਸ ਇਜ਼ ਦਾ ਕਾਜ਼ ਆਫ ਫ੍ਰਿਕਸ਼ਨ। ਪਹਿਲੀ ਗੱਲ ਤੇ ਆਪਣੇ ਮਾਈਂਡ 'ਚ ਰੱਖ ਲਓ, 올ਡ ਥਿਊਰੀ ਦੇ ਅਕੋਰਡਿੰਗ ਰਫਨੈਸ ਜਿਹੜੀ ਹੈ ਉਹ ਤੁਹਾਡਾ ਕਾਰਨ ਹੈ। ਰਫਨੈਸ ਇਜ਼ ਦਾ ਕਾਜ਼ ਆਫ ਫ੍ਰਿਕਸ਼ਨ। ਫ੍ਰਿਕਸ਼ਨ ਦਾ ਕਾਰਨ ਜਿਹੜਾ ਹੈ ਦੋ ਸਰਫੇਸਿਸ ਦਾ ਜਿਹੜੇ ਆਪਸ ਵਿੱਚ ਕੰਟੈਕਟ ਹੋ ਰਹੇ ਨੇ ਉਹਨਾਂ ਦੀ ਰਫਨੈਸ ਹੈ। ਨਾਓ ਮੰਨ ਲਓ ਕਿ ਸਾਡੇ ਕੋਲ ਦੋ ਵੁਡਨ ਦੇ ਬਲੌਕ ਨੇ, ਸਾਡੇ ਕੋਲ ਦੋ ਵੁਡਨ ਦੇ ਜਿਹੜੇ ਬਲੌਕ ਨੇ, ਤੇ ਜੇਕਰ ਵੁਡਨ ਦੇ ਬਲੌਕ ਦੇ ਉੱਤੇ ਅਸੀਂ ਹੱਥ ਲਗਾ ਕੇ ਦੇਖਦੇ ਹਾਂ ਸਾਨੂੰ ਲੱਗਦਾ ਹੈ ਬਹੁਤ ਜ਼ਿਆਦਾ ਸਮੂਥ ਹੈ। ਅਸੀਂ ਕਈ ਵਾਰੀ ਲੱਕੜ ਦੇ ਉੱਪਰ ਰੰਦਾ ਫੇਰ ਲੈਂਦੇ ਹਾਂ, ਸਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਹੈ ਸਮੂਥ ਹੋ ਗਿਆ। ਜਿਸ ਤਰ੍ਹਾਂ ਆਹ ਸਰਫੇਸ ਦੇਖੋ ਕਿੰਨਾ ਜਿਹੜਾ ਹੈ ਸਮੂਥ ਹੈ। ਪਰ ਜਦੋਂ ਅਸੀਂ ਇਸ ਸਰਫੇਸ ਨੂੰ ਜਿਹੜਾ ਹੈ ਪਾਵਰਫੁਲ ਮਾਈਕਰੋਸਕੋਪ ਦੇ ਅੰਡਰ ਰੱਖ ਕੇ ਅਸੀਂ ਜਦੋਂ ਦੇਖਦੇ ਹਾਂ ਤੇ ਸਾਨੂੰ ਜਿਹੜਾ ਹੈ ਪਤਾ ਲੱਗਦਾ ਹੈ ਕਿ ਇਹ ਸਰਫੇਸ ਵੀ ਜਿਹੜਾ ਹੈ ਸਮੂਥ ਨਹੀਂ ਹੈ, ਇਹਦੇ ਵਿੱਚ ਵੀ ਜਿਹੜੀ ਹੈ ਰਫਨੈਸ ਹੁੰਦੀ ਹੈ। ਕੋਈ ਵੀ ਸਰਫੇਸ ਜਿੰਨਾ ਮਰਜੀ ਅਸੀਂ ਕਹੀਏ ਵੀ ਬੜਾ ਸਮੂਥ ਹੈ, ਬੜਾ ਪਲੇਨ ਸਰਫੇਸ ਹੈ, ਪਰ ਉਹਦੇ ਵਿੱਚ ਵੀ ਰਫਨੈਸ ਹੁੰਦੀ ਹੈ ਜਦੋਂ ਅਸੀਂ ਉਸ ਨੂੰ ਪਾਵਰਫੁਲ ਮਾਈਕਰੋਸਕੋਪ ਦੇ ਅੰਡਰ ਜਿਹੜਾ ਅਸੀਂ ਰੱਖ ਕੇ ਦੇਖਦੇ ਹਾਂ। ਉਹ ਕਿਸ ਤਰ੍ਹਾਂ ਦੀ ਜਿਹੜੀ ਸਾਡੀ ਜਿਹੜੀ ਹੈ ਉਹ ਰਫਨੈਸ ਹੁੰਦੀ ਹੈ ਉਹ ਆਓ ਤੁਹਾਨੂੰ ਦਿਖਾਉਂਦੇ ਹਾਂ। ਲਾਈਕ ਦਿਸ, ਕੋਈ ਵੀ ਸਰਫੇਸ ਜਿਹੜਾ ਹੈ ਜਦੋਂ ਅਸੀਂ ਮਾਈਕਰੋਸਕੋਪ ਪਾਵਰਫੁਲ ਦੇ ਅੰਡਰ ਰੱਖ ਕੇ ਦੇਖਦੇ ਹਾਂ ਤੇ ਉਹਦੇ ਵਿੱਚ ਹੀਲਸ, ਆ ਦੇਖੋ ਛੋਟੀ ਜੀ ਪਹਾੜੀ ਬਣੀ ਹੈ, ਹੀਲਸ ਐਂਡ ਗਰੂਵਸ, ਇਹਨੂੰ ਬੋਲਦੇ ਆ ਗਰੂਵ, ਜਿਹੜੀ ਡੂੰਘਾਈ ਹੈ ਇਹਨੂੰ ਗਰੂਵ ਬੋਲਦੇ ਆ।
ਇਹ ਤੁਹਾਡੀਆਂ ਹੀਲਸ ਜਾਂ ਐਲੀਵੇਸ਼ਨ ਜਾਂ ਅਸੀਂ ਬੋਲਦੇ ਇਹਨੂੰ ਡਿਪਰੈਸ਼ਨ, ਐਲੀਵੇਸ਼ਨ ਔਰ ਡਿਪਰੈਸ਼ਨ। ਜਦੋਂ ਵੀ ਅਸੀਂ ਦੇਖਿਆ ਕਿ ਸਰਫੇਸ ਬੜਾ ਸਮੂਥ ਹੈ ਪਰ ਪਾਵਰਫੁਲ ਮਾਈਕਰੋਸਕੋਪ ਅੰਡਰ ਦੇਖਿਆ ਕਿ ਸਰਫੇਸ ਸਮੂਥ ਨਹੀਂ ਹੈ, ਉਹ ਰਫ ਸਰਫੇਸ ਹੈ, ਉਹਦੇ ਵਿੱਚ ਵੀ ਜਿਹੜੀਆਂ ਨੇ ਹਿਲਸ ਐਂਡ ਗਰੂਵਸ ਨੇ, ਉੱਚਾ ਨੀਵਾ ਸਰਫੇਸ ਹੁੰਦਾ ਹੈ। ਇਹ ਸਰਫੇਸ ਹੈਗਾ ਸਾਡਾ ਪਹਿਲਾ। ਤੇ ਜਦੋਂ ਅਸੀਂ ਦੂਜਾ ਸਰਫੇਸ ਇਹਦੇ ਉੱਪਰ ਅਸੀਂ ਜਿਹੜਾ ਹੈ ਰੱਖ ਦਿੰਨੇ ਆ, ਆਹ ਸਰਫੇਸ ਜਿਹੜਾ ਨੀਚੇ ਵਾਲਾ ਹੈ ਇਹਨੂੰ ਅਸੀਂ 2 ਨੰਬਰ ਪਾਇਆ। ਇਸ ਸਰਫੇਸ ਦੇ ਵਿੱਚ ਵੀ ਹੀਲਸ ਐਂਡ ਗਰੂਵ ਹੈ ਤੇ ਜਿਹੜਾ ਉੱਤੇ ਅਸੀਂ ਬਾਡੀ ਰੱਖੀ ਉਹਦੇ ਵਿੱਚ ਵੀ ਹੀਲਸ ਐਂਡ ਗਰੂਵ ਹੈ। ਤੇ ਜਦੋਂ ਦੋ ਸਰਫੇਸਿਸ ਜਿਹੜੇ ਨੇ ਆਪਸ ਵਿੱਚ ਕੰਟੈਕਟ ਚ ਆਉਂਦੇ ਨੇ ਤੇ ਕੀ ਹੁੰਦਾ ਹੈ, ਇੱਕ ਦਾ ਹਿਲ ਤੇ ਗਰੂਵਸ ਜਿਹੜੇ ਨੇ ਉਹ ਆਪਸ ਵਿੱਚ ਜਿਹੜੇ ਨੇ ਉਹ ਇੰਟਰਲੌਕ ਹੋ ਜਾਂਦੇ ਨੇ। ਇਸ ਤਰ੍ਹਾਂ ਉਹ ਆਪਸ ਵਿੱਚ ਫਸ ਜਾਂਦੇ ਨੇ। ਹਿਲਸ ਐਂਡ ਗਰੂਵਸ ਦੇ ਗੈਟ ਇੰਟਰਲੌਕਡ, ਉਹ ਫਸ ਜਾਂਦੇ ਨੇ। ਤੇ ਜਦੋਂ ਉਹ ਇੱਕ ਦੂਜੇ ਵਿੱਚ ਫਸ ਗਏ ਤੇ ਸਾਨੂੰ ਲੱਗਦਾ ਜਿਵੇਂ ਇੱਕ ਬੌਂਡ ਜਿਹਾ ਬਣ ਗਿਆ, ਬੜੀ ਉਹਨੂੰ ਤੋੜਨ ਵਾਸਤੇ, ਉਸ ਜਿਹੜਾ ਲੌਕਿੰਗ ਤੋੜਨ ਵਾਸਤੇ ਸਾਨੂੰ ਜਿਹੜੀ ਹੈ ਬਾਹਰੋਂ ਫੋਰਸ ਲਗਾਣੀ ਪੈਂਦੀ ਹੈ ਤੇ ਉਹ ਫੋਰਸ ਲਗਾ ਕੇ ਜਿਹੜੀ ਅਸੀਂ ਉਹਨੂੰ ਤੋੜ ਸਕਦੇ ਹਾਂ। ਇਹਦਾ ਮਤਲਬ ਉਹ ਇੰਟਰਲੌਕਿੰਗ ਜਿਹੜੀ ਹੈ ਉਹ ਫ੍ਰਿਕਸ਼ਨ ਦਾ ਇੱਕ ਕਾਰਨ ਬਣ ਜਾਂਦੀ ਹੈ। ਹਾਂਜੀ ਬੇਟਾ, ਕਲੀਅਰ? ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ ਕਿ ਫ੍ਰਿਕਸ਼ਨ ਦਾ ਕਾਰਨ ਕੀ ਹੈ। ਰਫਨੈਸ ਆਫ ਦਾ ਟੂ ਸਰਫੇਸਿਸ, ਕੋਈ ਵੀ ਦੋ ਸਰਫੇਸ ਜਿੰਨੇ ਮਰਜੀ ਪਲੇਨ ਹੋਣ ਪਰ ਉਹ ਮਾਈਕਰੋਸਕੋਪ ਅੰਡਰ ਤੋਂ ਦੇਖੋਗੇ ਪਾਵਰਫੁਲ, ਉਹ ਰਫ ਹੋਣਗੇ, ਉਹਨਾਂ ਦੇ ਹੀਲਸ ਹੋਣਗੇ, ਗਰੂਵਸ ਹੋਣਗੇ। ਜਦੋਂ ਇੱਕ ਸਰਫੇਸ ਨੂੰ ਦੂਜੇ ਸਰਫੇਸ ਉੱਪਰ ਅਸੀਂ ਰੱਖਦੇ ਹਾਂ, ਦੋਨਾਂ ਦੇ ਹੀਲਸ ਤੇ ਗਰੂਵਸ ਆਪਸ ਵਿੱਚ ਇੰਟਰਲੌਕ ਕਰ ਜਾਂਦੇ ਨੇ। ਜਦੋਂ ਦੋਨਾਂ ਦੀ ਇੰਟਰਲੌਕਿੰਗ ਹੁੰਦੀ ਉਹ ਫਸ ਜਾਂਦੇ ਨੇ ਤੇ ਉਹੀਓ ਸਾਡਾ ਜਿਹੜਾ ਹੈ ਫ੍ਰਿਕਸ਼ਨ ਦਾ ਕਾਰਨ ਬਣਦੇ ਨੇ। ਤੇ ਇਸ ਇੰਟਰਲੌਕਿੰਗ ਨੂੰ ਤੋੜਨ ਵਾਸਤੇ ਸਾਨੂੰ ਜਿਹੜੀ ਹੈ ਬਾਹਰੋਂ ਫੋਰਸ ਲਗਾਣੀ ਪੈਂਦੀ ਹੈ। ਆਈ ਥਿੰਕ ਤੁਹਾਨੂੰ ਕਲੀਅਰ ਹੈ ਕਿ 올ਡ ਵਿਊ ਦੇ ਕਾਰਨ, 올ਡ ਵਿਊ ਦੇ ਅਕੋਰਡਿੰਗ ਰਫਨੈਸ ਇਜ਼ ਦਾ ਕਾਜ਼ ਆਫ ਫ੍ਰਿਕਸ਼ਨ। ਇਹ ਪਹਿਲਾ ਪੁਆਇੰਟ। ਇਹਦਾ ਮਤਲਬ ਬੇਟਾ ਆ ਹੋਇਆ, ਜਿੰਨਾ ਸਰਫੇਸ ਜ਼ਿਆਦਾ ਰਫ ਹੋਏਗਾ ਓਨੀ ਫ੍ਰਿਕਸ਼ਨ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਆਈ ਥਿੰਕ ਤੁਹਾਨੂੰ ਇਹ ਕਲੀਅਰ ਹੋ ਗਈ। ਜਿੰਨਾ ਸਰਫੇਸ ਰਫ ਹੋਏਗਾ ਓਨੀ ਫ੍ਰਿਕਸ਼ਨ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਤੇ ਦੂਜੇ ਸ਼ਬਦਾਂ ਦੇ ਵਿੱਚ ਧਿਆਨ ਨਾਲ ਨੋਟ ਕਰੋ ਜਿਹੜੀ ਮੈਂ ਗੱਲ ਕਹਿਣ ਲੱਗਾ, ਜਿੰਨਾ ਸਰਫੇਸ ਪਲੇਨ ਹੋਏਗਾ, ਜਿੰਨੀ ਰਫਨੈਸ ਘਟਾਉਂਦੇ ਜਾਓਗੇ, ਸਰਫੇਸ ਨੂੰ ਪਲੇਨ ਕਰਦੇ ਜਾਓਗੇ, ਓਨੀ ਜਿਹੜੀ ਹੈ ਫ੍ਰਿਕਸ਼ਨ ਤੁਹਾਡੀ ਜਿਹੜੀ ਹੈ ਉਹ ਘਟਣੀ ਚਾਹੀਦੀ ਹੈ। ਕਿਉਂਕਿ ਰਫਨੈਸ ਕਾਰਨ ਹੈ, ਗ੍ਰੇਟਰ ਦਾ ਰਫਨੈਸ ਗ੍ਰੇਟਰ ਵਿਲ ਬੀ ਦਾ ਫ੍ਰਿਕਸ਼ਨ। ਤੇ ਜੇ ਅਸੀਂ ਰਫਨੈਸ ਘਟਾਵਾਂਗੇ ਤੇ ਫ੍ਰਿਕਸ਼ਨ ਸਾਡੀ ਜਿਹੜੀ ਹੈ ਉਹ ਘਟਦੀ ਜਾਏਗੀ। ਤੇ ਜੇ ਅਸੀਂ ਬਿਲਕੁਲ ਹੀ ਐਕਸਟਰਾ ਸਮੂਥ ਕਰ ਲਾਂਗੇ, ਦੋ ਸਰਫੇਸ ਨੂੰ ਅਸੀਂ ਐਕਸਟਰਾ ਸਮੂਥ ਹੀ ਕਰ ਦਿੱਤਾ, ਤੇ ਇਹਦਾ ਮਤਲਬ ਕੀ ਹੈ, ਜੇ ਦੋਨੋਂ ਸਰਫੇਸ ਐਕਸਟਰਾ ਸਮੂਥ ਨੇ ਤੇ ਬਿਲਕੁਲ ਵੀ ਫ੍ਰਿਕਸ਼ਨ ਜਿਹੜੀ ਹੈ ਨਹੀਂ ਹੋਣੀ ਚਾਹੀਦੀ। ਉਸ ਟਾਈਮ ਤੇ ਸਾਡੀ ਫ੍ਰਿਕਸ਼ਨ ਜਿਹੜੀ ਹੈ ਉਹ 0 ਹੋਣੀ ਚਾਹੀਦੀ ਹੈ। ਬਟ ਪ੍ਰੋਬਲਮ ਖੜੀ ਹੋ ਗਈ, ਜਦੋਂ ਸਰਫੇਸ ਐਕਸਟਰਾ ਸਮੂਥ ਹੋ ਜਾਂਦਾ ਹੈ ਉਸ ਟਾਈਮ ਦੇ ਉੱਤੇ ਫ੍ਰਿਕਸ਼ਨ ਖਤਮ ਹੋਣ ਦੀ ਬਜਾਏ ਉਹ ਸਗੋਂ ਇਨਕਰੀਜ਼ ਹੋ ਜਾਂਦੀ ਹੈ। ਪਰ ਇਹ ਕਿੱਥੋਂ ਹੋ ਗਿਆ? ਹੁਣੇ ਅਸੀਂ ਪੜਿਆ ਕਿ ਰਫਨੈਸ ਕਾਰਨ ਹੈਗੀ ਆ ਫ੍ਰਿਕਸ਼ਨ ਦਾ, ਤੇ ਜੇ ਰਫਨੈਸ ਨਾ ਹੋਵੇ ਤੇ ਫ੍ਰਿਕਸ਼ਨ ਨਹੀਂ ਹੋਣੀ ਚਾਹੀਦੀ। ਇਹਦਾ ਮਤਲਬ ਜਦੋਂ ਐਕਸਟਰਾ ਸਮੂਥ ਕਰਤਾ, ਫ੍ਰਿਕਸ਼ਨ ਖਤਮ ਹੋਣ ਦੀ ਬਜਾਏ ਉਹ ਵਧਣੀ ਸ਼ੁਰੂ ਹੋ ਗਈ। ਫਿਰ ਪ੍ਰੋਬਲਮ ਖੜੀ ਹੋ ਗਈ ਵੀ ਇਹ ਤੇ ਕੰਮ ਗਲਤ ਹੋ ਗਿਆ। ਫਿਰ ਜਿਹੜੀ ਸਾਡੀ 올ਡ ਵਿਊ ਸੀ, ਜਿਹੜਾ 올ਡ ਥਿਊਰੀ ਸੀ, ਉਹ ਇਸ ਚੀਜ਼ ਨੂੰ ਐਕਸਪਲੇਨ ਨਹੀਂ ਕਰ ਪਾਈ। ਕਿਸ ਚੀਜ਼ ਨੂੰ ਐਕਸਪਲੇਨ ਨਹੀਂ ਕਰ ਪਾਈ? ਕਿ ਫ੍ਰਿਕਸ਼ਨ ਜਿਹੜੀ ਹੈ ਐਕਸਟਰਾ ਸਮੂਥ ਵਿੱਚ ਕਿਉਂ ਵਧੀ, ਉਹ ਤੇ ਵਧਣੀ ਨਹੀਂ ਚਾਹੀਦੀ। ਫਿਰ ਉਹਨੂੰ ਜਿਹੜਾ ਹੈ ਐਕਸਪਲੇਨ ਕਰਨ ਵਾਸਤੇ ਬਾਅਦ ਵਿੱਚੋਂ ਅਸੀਂ ਜਿਹੜਾ ਹੈ ਮਾਡਰਨ ਜਿਹੜੀ ਥਿਊਰੀ ਨੂੰ ਅਸੀਂ ਅਪਣਾਇਆ। ਉਸ ਟਾਈਮ ਦੇ ਉੱਤੇ ਕੀ ਹੋਇਆ ਕਿ ਐਟੋਮਿਕਸ, ਜਿਹੜੇ ਐਟਮਸ ਨੇ, ਮਾਲੀਕਿਊਲਸ ਨੇ, ਉਹਨਾਂ ਬਾਰੇ ਜਿਹੜੀ ਹੈ ਉਹ ਸਟੱਡੀ ਆ ਚੁੱਕੀ ਸੀ। ਡੈਲਟਨ ਐਟੋਮਿਕ ਥਿਊਰੀ ਜਿਹੜੀ ਹੈ ਉਹ ਆ ਚੁੱਕੀ ਸੀ, ਤੁਸੀਂ ਕੈਮਿਸਟਰੀ 'ਚ ਪੜ੍ਹੀ ਹੈ। ਉਸ ਤੋਂ ਬਾਅਦ ਸਾਡਾ ਜਿਹੜਾ ਹੈ 올ਡ ਵਿਊ ਦੀ ਜਗ੍ਹਾ ਤੇ ਸਾਡੀ ਜਿਹੜੀ ਹੈ ਨਵੀਂ ਜਿਹੜੀ ਥਿਊਰੀ ਸਾਡੀ ਆ ਗਈ, that is the modern view। ਮਾਡਰਨ ਵਿਊ ਦੇ ਵਿੱਚ ਰਫਨੈਸ ਨੂੰ ਕਾਰਨ ਨਹੀਂ ਮੰਨਦੇ ਫ੍ਰਿਕਸ਼ਨ ਦਾ। ਮਾਡਰਨ ਵਿਊ ਦੇ ਅਕੋਰਡਿੰਗ ਫ੍ਰਿਕਸ਼ਨ is due to
the force of attraction between the molecules of the two bodies which are in contact with each other. मतलब force of attraction ਇਹਦੇ according modern view ਦੇ according ਜਿਹੜੀ ਹੈ force of attraction between ਕਾਦੇ ਵਿੱਚ between atoms or molecules of surfaces which are in contact to each other. Force of attraction ਜਿਹੜੀ ਹੈ ਉਹ ਸਾਡਾ cause ਹੈ friction ਦਾ। ਇਹਦਾ ਮਤਲਬ ਬੜਾ ਹੀ ਇੰਪੋਰਟੈਂਟ ਹੋ ਗਿਆ। 올ਡ ਵਿਊ ਦੇ ਅਕੋਰਡਿੰਗ ਫ੍ਰਿਕਸ਼ਨ ਦਾ ਕਾਰਨ ਅਸੀਂ ਕਹਿ ਦਾਂਗੇ ਵੀ ਰਫਨੈਸ ਹੈ, ਪਰ ਮਾਡਰਨ ਵਿਊ ਦੇ ਅਕੋਰਡਿੰਗ ਅਸੀਂ ਕਹਾਂਗੇ ਕਿ ਫੋਰਸ ਆਫ ਅਟਰੈਕਸ਼ਨ ਬਿਟਵੀਨ ਦਾ ਮਾਲੀਕਿਊਲਸ। ਕਿਹੜੇ ਕਿਹੜੇ ਮਾਲੀਕਿਊਲ? ਮੰਨ ਲਓ ਇੱਕ ਆਹ ਬਾਡੀ ਹੈ, ਇਹਦੇ ਉੱਪਰ ਅਸੀਂ ਦੂਜੀ ਬਾਡੀ ਰੱਖ ਦਿੱਤੀ, ਦੋ ਬਾਡੀਜ਼ ਨੇ, ਜਿਵੇਂ ਆਹ ਬਾਡੀ ਉੱਪਰ ਹੈ, ਹੁਣ ਇਹਦੇ ਮਾਲੀਕਿਊਲਸ ਤੇ ਇਹਦੇ ਮਾਲੀਕਿਊਲਸ ਜਿਹੜੀ ਫੋਰਸ ਆਫ ਅਟਰੈਕਸ਼ਨ ਪੈਦਾ ਹੋਏਗੀ ਉਹ ਜਿਹੜੀ ਹੈ ਇਹ ਆਪਸ ਵਿੱਚ ਜੁੜ ਜਾਂਦੇ ਆ। ਫੋਰਸ ਆਫ ਅਟਰੈਕਸ਼ਨ ਉਹ ਕਾਰਨ ਬਣ ਜਾਂਦੀ ਹੈ, ਕਾਹਦਾ ਕਾਰਨ ਬਣ ਜਾਂਦੀ ਹੈ? ਸਾਡੀ ਫ੍ਰਿਕਸ਼ਨ ਦਾ। ਆਈ ਥਿੰਕ ਤੁਹਾਨੂੰ ਇਹ ਕਲੀਅਰ ਹੋ ਗਿਆ। ਨਾਓ ਪਹਿਲੀ ਥਿਊਰੀ ਨੂੰ ਅਸੀਂ ਕਿਉਂ ਛੱਡਿਆ ਸੀ? ਪਹਿਲੀ ਥਿਊਰੀ ਨੂੰ ਇਸ ਕਰਕੇ ਛੱਡਿਆ ਕਿਉਂਕਿ ਉਹ ਐਕਸਪਲੇਨ ਨਹੀਂ ਕਰ ਪਾਈ। ਕੀ ਨਹੀਂ ਐਕਸਪਲੇਨ ਕਰ ਪਾਈ ਸੀ? ਕਿ ਜਦੋਂ ਸਰਫੇਸ ਐਕਸਟਰਾ ਸਮੂਥ ਹੋ ਜਾਏ ਉਦੋਂ ਫ੍ਰਿਕਸ਼ਨ ਕਿਉਂ ਵਧੀ। ਉਹ ਥਿਊਰੀ ਜਿਹੜੀ ਹੈ ਉਹ ਫੇਲ ਹੋ ਗਈ। ਉਹਨੇ ਐਕਸਪਲੇਨ ਨਹੀਂ ਕੀਤਾ ਕਿ ਸਰਫੇਸ ਐਕਸਟਰਾ ਸਮੂਥ ਹੋਵੇ ਉਦੋਂ ਫ੍ਰਿਕਸ਼ਨ ਜਿਹੜੀ ਹੈ ਸਾਡੀ ਜਿਹੜੀ ਹੈ ਉਹ ਵੱਧ ਜਾਂਦੀ ਹੈ, ਕਿਉਂ? ਪਰ ਇਸ ਥਿਊਰੀ ਨੇ ਉਸ ਚੀਜ਼ ਨੂੰ ਜਿਹੜਾ ਹੈ ਐਕਸਪਲੇਨ ਕਰ ਦਿੱਤਾ। ਆਓ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ। ਨਾਓ ਦਿਸ ਇਜ਼ ਦਾ ਫਸਟ ਬੋਡੀ। ਇਹ ਸਾਡੀ ਜਿਹੜੀ ਪਹਿਲੀ ਬੋਡੀ ਹੈ ਤੇ ਇਹ ਸਾਡੇ ਕੋਲ ਦੂਸਰੀ ਬੋਡੀ ਜਿਹੜੀ ਹੈ ਇਹਦੇ ਨੀਚੇ ਹੈ। ਦਿਸ ਇਜ਼ 1, ਦਿਸ ਇਜ਼ 2। ਹੁਣ ਧਿਆਨ ਨਾਲ ਦੇਖਣਾ ਬੇਟਾ, ਜਦੋਂ ਅਸੀਂ ਇੱਕ ਬੋਡੀ ਨੂੰ ਆ ਧਿਆਨ ਨਾਲ ਦੇਖੋ, ਇਹ 1 ਬੋਡੀ, ਇਹਦੇ ਉੱਪਰ ਮੈਂ ਇਹ ਦੂਸਰੀ ਬੋਡੀ ਜਿਹੜੀ ਹੈ ਕੰਟੈਕਟ 'ਚ ਲੈ ਕੇ ਆਇਆ। ਇਹ ਧਿਆਨ ਨਾਲ ਦੇਖਣਾ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਪੂਰੀ ਬੋਡੀ ਦੇ ਜਿੰਨੇ ਵੀ ਮਾਲੀਕਿਊਲਸ ਨੇ ਦੂਜੀ ਬੋਡੀ ਦੇ ਨਾਲ ਕੰਟੈਕਟ ਵਿੱਚ ਹੈਗੇ ਨੇ। ਆ ਧਿਆਨ ਨਾਲ ਦੇਖੋ, ਪਰ ਐਕਚੁਅਲੀ ਕੀ ਹੈ? ਇੱਥੇ ਦੇਖੋ ਮੇਰਾ ਹੈਂਡ ਜਿਹੜਾ ਜੁੜਿਆ, ਇੱਥੇ ਇੱਥੇ ਜੁੜੇ ਨੇ, ਪਰ ਵਿੱਚੋਂ ਹਥੇਲੀ ਜਿਹੜੀ ਆ ਦੇਖੋ ਡੂੰਗੀ ਹੈ, ਇਧਰੋਂ ਵੀ ਹੈ, ਸਿਰਫ ਇੱਥੇ ਇੱਥੇ ਪੁਆਇੰਟ ਆਫ ਕੰਟੈਕਟ ਹੋਇਆ, ਵਿਚਕਾਰ ਜਿਹੜਾ ਹੈ ਆਪਸ ਵਿੱਚ ਜਿਹੜਾ ਹੈ ਜਿਵੇਂ ਆ ਦੇਖੋ ਇੱਥੋਂ ਨਹੀਂ ਜੁੜੇਗਾ। ਇੱਥੋਂ ਲੱਗਦਾ ਹੈ ਕਿ ਸਾਰੇ ਪੁਆਇੰਟਸ ਇੱਕ ਦੂਜੇ ਨਾਲ ਕੰਟੈਕਟ 'ਚ ਆ ਗਏ। ਇਹਨੂੰ ਬੋਲਦੇ ਹਾਂ ਅਸੀਂ ਅਪੈਰੈਂਟ ਏਰੀਆ ਆਫ ਕੰਟੈਕਟ। ਅਪੈਰੈਂਟ ਏਰੀਆ ਆਫ ਕੰਟੈਕਟ ਕਿਹੜਾ ਹੈ? ਕਿ ਲੱਗਦਾ ਜਿਵੇਂ ਆ ਪੂਰੀ ਬਾਡੀ ਇਹਦੇ ਨਾਲ ਕੀ ਹੈਗੀ ਹੈ ਤੁਹਾਡੀ ਕੰਟੈਕਟ 'ਚ ਹੈਗੀ ਹੈ। ਦਿਸ ਇਜ਼ ਕਾਲਡ ਅਪੈਰੈਂਟ ਏਰੀਆ ਆਫ ਕੰਟੈਕਟ। ਇਹ ਸਾਡੇ ਕੋਲ ਹੈਗਾ, ਲੱਗਦਾ ਕਿ ਸਾਰੀ ਦੀ ਸਾਰੀ ਬਾਡੀ ਜਿਹੜੀ ਹੈ ਦੂਜੀ ਬਾਡੀ ਦੇ ਨਾਲ ਕੰਟੈਕਟ 'ਚ ਹੈ, ਪਰ ਐਕਚੁਅਲੀ ਕੀ ਆ ਦੇਖੋ, ਸਿਰਫ ਇੱਥੇ ਹੀ ਕੰਟੈਕਟ ਹੋ ਰਹੇ ਨੇ। ਦੇਖੋ ਧਿਆਨ ਨਾਲ, ਸਿਰਫ ਇਹ A ਪੁਆਇੰਟ, ਇਹ B, ਇਹ C ਤੇ ਇਹ D, ਬਟ ਸਿਰਫ ਤੇ ਸਿਰਫ ਇੱਥੇ ਦੋ ਬਾਡੀਜ਼ ਜਿਹੜੀਆਂ ਆਪਸ ਵਿੱਚ ਮੈਂ ਸ਼ੋ ਕੀਤੀਆਂ ਜੁੜੀਆਂ ਹੋਈਆਂ। ਇਹਨੂੰ ਅਸੀਂ ਬੋਲਦੇ ਹਾਂ ਐਕਚੁਅਲ ਏਰੀਆ ਆਫ ਕੰਟੈਕਟ। Actual area of contact। ਹੁਣ apparent ਲੱਗਦਾ ਕਿ ਜਿਵੇਂ ਸਾਰਾ ਹੀ ਇੱਕ ਦੂਜੇ ਨਾਲ ਜੁੜਿਆ, ਤੇ ਇਹ ਅਸਲ 'ਚ ਇੰਨੇ ਕੁ ਥੋੜੇ ਹੀ ਪੁਆਇੰਟ ਹੈ ਇੱਕ ਦੂਜੇ ਨਾਲ ਜੁੜੇ ਹੁੰਦੇ, ਕਿਉਂਕਿ ਸਰਫੇਸ ਜਿਹੜਾ ਹੈ ਰਫ ਹੁੰਦਾ ਹੈ। ਜਦੋਂ ਅਸੀਂ ਪਾਵਰਫੁਲ ਮਾਈਕਰੋਸਕੋਪ ਅੰਡਰ ਦੇਖਦੇ ਹਾਂ ਤਾਂ ਸਰਫੇਸ ਰਫ ਹੈ, ਉੱਚਾ ਨੀਵਾਂ ਹੈ, ਕਿਤੋਂ ਆਪਸ ਵਿੱਚ ਕੰਟੈਕਟ ਹੋ ਗਿਆ, ਕਿਸੇ ਜਗ੍ਹਾ ਤੇ ਉਹਨਾਂ ਦਾ ਆਪਸ ਵਿੱਚ ਕੰਟੈਕਟ ਨਹੀਂ ਹੋਇਆ। ਇਹਦਾ ਮਤਲਬ ਐਪਰੈਂਟ ਏਰੀਆ ਆਫ ਕੰਟੈਕਟ ਜ਼ਿਆਦਾ ਹੁੰਦਾ ਹੈ, ਲੱਗਦਾ ਹੈ ਕਿਹਦੇ ਨਾਲੋਂ? ਦੈਨ ਦਾ ਐਕਚੁਅਲ ਏਰੀਆ ਆਫ ਕੰਟੈਕਟ।
ਇਹਦਾ ਮਤਲਬ ਜਦੋਂ ਵੀ ਦੋ ਬਾਡੀਜ਼ ਨੂੰ ਆਪਸ ਵਿੱਚ ਕੰਟੈਕਟ 'ਚ ਲੈ ਕੇ ਆਇਆ ਜਾਂਦਾ ਹੈ ਉਸ ਟਾਈਮ ਦੇ ਉੱਤੇ ਜਿਹੜੇ ਆਹ ਵਾਲੇ ਪੁਆਇੰਟਸ ਨੇ ਜਿੱਥੇ ਕੰਟੈਕਟ ਹੋ ਰਿਹਾ ਹੈ ਇਹਨਾਂ ਨੂੰ ਅਸੀਂ ਬੋਲਦੇ ਆ ਐਕਚੁਅਲ ਏਰੀਆ ਆਫ ਕੰਟੈਕਟ ਇਟ ਇਜ਼ ਲੈਸ ਦੈਨ ਦੀ ਅਪੈਰੈਂਟ ਏਰੀਆ ਆਫ ਕੰਟੈਕਟ ਉਹਦੇ ਨਾਲੋਂ ਘੱਟ ਹੁੰਦਾ ਹੈ ਡਿਊ ਟੂ ਦਾ ਰਫਨੈਸ ਉੱਚਾ ਨੀਵਾ ਹੋਣ ਕਰਕੇ ਨਾਓ ਇਹ ਸਾਰੀ ਬਾਡੀ ਦਾ weight ਇਸ ਬਾਡੀ ਉੱਪਰ ਪੈ ਗਿਆ ਜਿਵੇਂ ਇੱਕ ਬਾਡੀ ਨੂੰ ਦੂਜੀ ਬਾਡੀ ਉੱਪਰ ਰੱਖ ਦਿੱਤਾ ਅਸੀਂ ਕੋਈ ਵੀ ਚੀਜ਼ ਹੈ ਇੱਕ ਬਾਡੀ ਉੱਪਰ ਰੱਖ ਦਿੰਦੇ ਆ ਕੋਈ ਸਾਡੇ ਕੋਲ ਟੈਚੀ ਹੈ ਕੋਈ ਸੰਦੂਕ ਹੈ ਅਸੀਂ ਰੱਖ ਦਿੱਤਾ ਸਾਰਾ weight ਜਿਹੜਾ ਹੈ ਇੱਕ ਬਾਡੀ ਦੇ ਉੱਪਰ ਬੇਟਾ ਉਹ ਪੈ ਗਿਆ ਹੁਣ ਆਹ ਵਾਲੇ ਜਿਹੜੇ ਪੁਆਇੰਟਸ ਆਫ ਕੰਟੈਕਟ ਨੇ A B C D ਇੱਥੇ ਜਿਹੜਾ ਸਾਡਾ ਪ੍ਰੈਸ਼ਰ ਜਿਹੜਾ ਹੋਏਗਾ ਉਹ ਬਹੁਤ ਜ਼ਿਆਦਾ ਪੈਦਾ ਹੁੰਦਾ ਹੈ ਹਾਈ ਪ੍ਰੈਸ਼ਰ ਇੱਥੇ ਪੈਦਾ ਹੋਏਗਾ ਕਿਉਂਕਿ ਇੱਕ ਬਾਡੀ ਨੂੰ ਦੂਜੀ ਬਾਡੀ ਉੱਪਰ ਰੱਖਿਆ ਤੇ ਸਾਡੇ ਕੋਲ ਜਿਹੜਾ ਹੈ ਪ੍ਰੈਸ਼ਰ ਜ਼ਿਆਦਾ ਹੋਏਗਾ ਜਿਵੇਂ ਆਹ ਪੁਆਇੰਟ ਆਫ ਕੰਟੈਕਟ ਨੇ ਬੇਟਾ ਆ ਹੁਣ ਇਹ ਵਾਲੀ ਬਾਡੀ ਦਾ ਸਾਰਾ weight ਇਹਨਾਂ ਪੁਆਇੰਟਾਂ ਦੇ ਉੱਤੇ ਪਿਆ ਇੱਥੋਂ ਤੇ ਕੰਟੈਕਟ ਨਹੀਂ ਹੋਇਆ ਦੇਖੋ ਇਹਨਾਂ ਪੁਆਇੰਟਾਂ ਉੱਪਰ ਜਿਹੜਾ ਹੈ ਸਾਰਾ weight ਪੈ ਗਿਆ therefore at these points A B C D the pressure will be so large ਜਦੋਂ ਪ੍ਰੈਸ਼ਰ ਇੰਨਾ ਜ਼ਿਆਦਾ ਪਏਗਾ ਇਹਨਾਂ ਦੇ ਜਿਹੜੇ ਐਟਮਸ ਨੇ ਆਪਸ ਵਿੱਚ ਕੰਟੈਕਟ 'ਚ ਹੋਏ ਦੇ ਫਾਰਮ ਸਟਰੋਂਗ ਬੌਂਡ ਇੱਕ ਬਹੁਤ ਹੀ ਜਿਹੜਾ ਸਟਰੋਂਗ ਬੌਂਡ ਜਿਹੜਾ ਹੈ ਉਹ ਫਾਰਮ ਕਰ ਲੈਂਦੇ ਨੇ ਇਸ ਤਰ੍ਹਾਂ ਦਾ ਬੌਂਡ ਬਣਦਾ ਹੈ ਜਿਵੇਂ ਇੱਕ ਵੈਲਡਿੰਗ ਹੁੰਦੀ ਹੈ ਬੇਟਾ ਜਿਸ ਤਰ੍ਹਾਂ ਵੈਲਡਿੰਗ ਹੁੰਦੀ ਹੈ ਨਾ ਬੜਾ ਸਟਰੋਂਗ ਇਸ ਤਰ੍ਹਾਂ ਇਹਨੂੰ ਬੋਲਦੇ ਕੋਲਡ ਵੈਲਡਿਡ ਬੌਂਡ ਕੋਲਡ ਅਸੀਂ ਇਹਨੂੰ ਗਰਮ ਨਹੀਂ ਕੀਤਾ ਕੋਲਡ ਵੈਲਡਿਡ ਜਿਹੜੇ ਬੌਂਡ ਬਣਦੇ ਆ ਇਹਨਾਂ ਬੌਂਡਸ ਨੂੰ ਤੋੜਨ ਵਾਸਤੇ ਸਾਨੂੰ ਜਿਹੜੀ ਹੈ ਉਹ ਫੋਰਸ ਲਗਾਉਣੀ ਪੈਂਦੀ ਹੈ ਤੇ ਉਹ ਸਾਡੀ ਫਿਰ ਫ੍ਰਿਕਸ਼ਨ ਦਾ ਕਾਰਨ ਬਣਦੀ ਹੈ ਜਿੰਨਾ ਚਿਰ ਤੱਕ ਇਹਨੂੰ ਤੋੜੋਗੇ ਨਹੀਂ ਓਨੀ ਦੇਰ ਤੱਕ ਇਹ ਬਾਡੀ ਜਿਹੜੀ ਉਹਦੇ ਉੱਪਰ ਸਲਾਈਡ ਨਹੀਂ ਕਰੇਗੀ ਇਹਦਾ ਮਤਲਬ that bond ਜਾਂ force of attraction it become the cause of friction ਉਹ friction ਦਾ ਜਿਹੜਾ ਹੈ ਉਹ ਕਾਰਨ ਬਣ ਜਾਂਦੀ ਹੈ ਭਾਵੇਂ ਇਹ ਮੰਨ ਲਓ 4-5 ਪੁਆਇੰਟ ਮੈਂ ਸ਼ੋ ਕੀਤੇ ਨੇ 4-5 ਪੁਆਇੰਟ ਨੇ ਪਰ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਇੰਨੇ ਸਟਰੋਂਗ ਬੌਂਡ ਹੁੰਦੇ ਨੇ ਕਿ ਇਹਨੂੰ ਤੋੜਨ ਵਾਸਤੇ ਬਹੁਤ ਸਾਨੂੰ ਤਾਕਤ ਲਗਾਉਣੀ ਪੈਂਦੀ ਹੈ ਉਹ ਫ੍ਰਿਕਸ਼ਨ ਦਾ ਜਿਹੜਾ ਹੈ ਉਹ ਕਾਰਨ ਬਣ ਜਾਂਦੀ ਹਾਂਜੀ ਬੇਟਾ ਇੱਥੋਂ ਤੱਕ ਕਲੀਅਰ ਨਾਓ ਜੇਕਰ ਅਸੀਂ ਸਰਫੇਸ ਨੂੰ ਬੇਟਾ ਸਮੂਥ ਕਰ ਦਈਏ ਸਪੋਜ਼ ਸਾਡਾ ਸਰਫੇਸ ਜਿਹੜਾ ਹੈ ਹੁਣ ਇੱਕ ਸਮੂਥ ਹੈ ਐਕਸਟਰਾ ਹੀ ਸਾਡਾ ਸਰਫੇਸ ਸਮੂਥ ਹੈ ਲਾਈਕ ਦਿਸ ਤੇ ਦੂਜਾ ਸਰਫੇਸ ਇਹਦੇ ਨਾਲ ਹੀ ਕੰਟੈਕਟ 'ਚ ਆ ਗਿਆ ਹੁਣ ਕੀ ਹੈ ਇਹ ਕੀ ਦੇਖੋ ਧਿਆਨ ਨਾਲ ਪੁਆਇੰਟ ਆਫ ਕੰਟੈਕਟ ਜ਼ਿਆਦਾ ਹੋ ਗਏ ਹਰ ਜਗ੍ਹਾ ਤੇ ਪੁਆਇੰਟ ਆਫ ਕੰਟੈਕਟ ਹੋ ਗਿਆ ਪਿਛਲੇ ਕੇਸ 'ਚ ਪੁਆਇੰਟ ਆਫ ਕੰਟੈਕਟ ਥੋੜੇ ਸੀਗੇ ਸਰਫੇਸ ਰਫ ਸੀ ਪਰ ਉਹ ਪੁਆਇੰਟ ਆਫ ਕੰਟੈਕਟ ਤੇ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਕਿ ਉਹ ਬੌਂਡ ਬਹੁਤ ਜ਼ਿਆਦਾ ਸਟਰੋਂਗ ਸੀਗੇ ਪਰ ਹੁਣ ਕੀ ਹੋਇਆ ਸਰਫੇਸ ਸਮੂਥ ਹੋ ਗਿਆ ਜਦੋਂ ਸਰਫੇਸ ਸਮੂਥ ਕਰਤਾ ਹੁਣ ਪੁਆਇੰਟ ਆਫ ਕੰਟੈਕਟ ਜ਼ਿਆਦਾ ਹੋ ਗਏ ਜਦੋਂ ਪੁਆਇੰਟ ਆਫ ਕੰਟੈਕਟ ਜ਼ਿਆਦਾ ਹੋ ਜਾਣਗੇ ਇਹਦਾ ਮਤਲਬ ਹੈ ਕਿ ਹਰ ਇੱਕ ਜਗ੍ਹਾ ਦੇ ਉੱਤੇ ਫੋਰਸ ਆਫ ਅਟਰੈਕਸ਼ਨ ਹੋਣੀ ਸ਼ੁਰੂ ਹੋ ਗਈ ਹਰ ਇੱਕ ਜਗ੍ਹਾ ਤੇ ਕੰਟੈਕਟ ਹੋ ਗਿਆ ਉਦੋਂ ਫੋਰਸ ਜਿਹੜੀ ਆ ਆਫ ਅਟਰੈਕਸ਼ਨ ਪੈਦਾ ਹੋਣੀ ਸ਼ੁਰੂ ਹੋ ਗਈ ਭਾਵੇਂ ਇਹ ਵਾਲੇ ਪੁਆਇੰਟ ਆਫ ਕੰਟੈਕਟ ਜ਼ਿਆਦਾ ਨੇ ਹਰ ਜਗ੍ਹਾ ਤੇ ਪ੍ਰੈਸ਼ਰ ਹੁਣ ਘੱਟ ਪਏਗਾ ਜਿੰਨੇ ਪੁਆਇੰਟ ਆਫ ਕੰਟੈਕਟ ਜ਼ਿਆਦਾ ਹੋਣਗੇ ਪ੍ਰੈਸ਼ਰ ਵੰਡਿਆ ਗਿਆ ਉੱਪਰਲੀ ਬਾਡੀ ਦਾ ਪ੍ਰੈਸ਼ਰ ਜਿਹੜਾ ਵੰਡਿਆ ਗਿਆ ਪਰ ਨੰਬਰ ਆਫ ਪੁਆਇੰਟ ਆਫ ਕੰਟੈਕਟ ਇਨਕਰੀਜ਼ ਹੋਣ ਕਰਕੇ ਫ੍ਰਿਕਸ਼ਨ ਜਿਹੜੀ ਹੈ ਉਹ ਦੁਬਾਰਾ ਉਹ ਵੱਧ ਜਾਂਦੀ ਹੈ ਇਹਦਾ ਮਤਲਬ ਭਾਵੇਂ ਸਰਫੇਸ ਰਫ ਹੈ ਤੇ ਭਾਵੇਂ ਸਰਫੇਸ ਜਿਹੜਾ ਹੈ ਐਕਸਟਰਾ ਸਮੂਥ ਹੈ ਜਦੋਂ ਇੱਕ ਬਾਡੀ ਦੂਜੀ ਬਾਡੀ ਦੇ ਉੱਪਰ ਆਏਗੀ ਉਦੋਂ ਇੱਕ ਬਾਡੀ ਦੇ ਐਟਮਸ ਦੂਜੀ ਬਾਡੀ ਦੇ ਐਟਮਸ ਦੇ ਨਾਲ ਉਹਨਾਂ ਦਾ ਕੰਟੈਕਟ ਹੋਏਗਾ ਉਹਨਾਂ ਦੇ ਵਿੱਚ ਫੋਰਸ ਆਫ ਜਿਹੜੀ ਅਟਰੈਕਸ਼ਨ ਪੈਦਾ ਹੋਏਗੀ ਐਂਡ that is the cause of friction ਇਹ ਤੁਹਾਡੀ ਜਿਹੜੀ ਹੈ ਫ੍ਰਿਕਸ਼ਨ ਦਾ ਕਾਰਨ ਬਣ ਜਾਂਦੀ ਹੈ ਇਹਦਾ ਮਤਲਬ ਮਾਡਰਨ ਥਿਊਰੀ ਨੇ ਐਕਸਪਲੇਨ ਕਰ ਦਿੱਤਾ ਹਾਂਜੀ ਬੇਟਾ ਕੀ ਐਕਸਪਲੇਨ ਕਰਤਾ ਭਾਵੇਂ ਸਰਫੇਸ ਐਕਸਟਰਾ ਸਮੂਥ ਹੋਵੇ ਭਾਵੇਂ ਰਫ ਹੋਵੇ ਫ੍ਰਿਕਸ਼ਨ ਨੇ ਰਹਿਣਾ ਹੀ ਰਹਿਣਾ ਹੈ ਆਈ ਥਿੰਕ ਤੁਹਾਨੂੰ ਇਹ ਦੋਨੋਂ ਵਿਊਜ਼ ਜਿਹੜੇ ਨੇ ਬੇਟਾ ਕਲੀਅਰ ਹੋ ਗਏ ਨਾਓ ਜਿਹੜਾ ਇਸ ਤੋਂ ਬਾਅਦ ਸਾਡਾ ਜਿਹੜਾ ਹੈ ਨੈਕਸਟ ਟੌਪਿਕ ਹੈ ਉਹਦਾ ਨਾਮ ਹੈ ਸਟੈਟਿਕ friction. Now the next topic is static friction. What is static friction? ਜਦੋਂ ਬੇਟਾ
एक बॉडी दूसरी बॉडी दे उपर रेस्ट वाली पोजीशन च पई है। मान लो भी यह एक बॉडी है, इनू ध्यान ना समझना। यह बॉडी सरफेस दे उपर जिहड़ी है रेस्ट विच पई हुई है। रेस्ट विच जदों मैं ਇਹਦੇ ਉੱਪਰ ਬਾਹਰੋਂ ਫੋਰਸ ਲਗਾਈ, ਮੈਂ ਬਾਹਰੋਂ ਇਹਦੇ ਉੱਪਰ ਜਿਹੜੀ ਹੈ ਫੋਰਸ ਅਪਲਾਈ ਕੀਤੀ, ਇਹ ਮੇਰੀ ਅਪਲਾਈਡ ਫੋਰਸ ਹੈ। ਫ੍ਰਿਕਸ਼ਨ ਨੂੰ ਸਮਾਲ f ਨਾਲ ਲਿਖਾਂਗਾ, ਅਪਲਾਈਡ ਫੋਰਸ ਨੂੰ ਮੈਂ ਕੈਪੀਟਲ F ਨਾਲ ਲਿਖਣਾ ਹੈ। ਯਾਦ ਕਰ ਲਓ, ਸਮਾਲ f ਵਾਸਤੇ ਮੈਂ ਫ੍ਰਿਕਸ਼ਨ ਤੇ ਕੈਪੀਟਲ F ਜਿਹੜਾ ਮੈਂ ਅਪਲਾਈਡ ਫੋਰਸ ਵਾਸਤੇ ਵਰਤਾਂਗਾ। ਨਾਓ ਸਪੋਜ਼ ਅਸੀਂ ਬਾਹਰੋਂ ਜਿਹੜੀ ਹੈ ਫੋਰਸ ਅਪਲਾਈ ਕੀਤੀ F, ਸਪੋਜ਼ इट इज 10 न्यूटन। ਅਸੀਂ ਬਾਹਰੋਂ ਫੋਰਸ ਅਪਲਾਈ ਕੀਤੀ 10 ਨਿਊਟਨ ਕਿਹਦੇ ਉੱਤੇ? ਬੋਡੀ ਦੇ ਉੱਪਰ। ਬੋਡੀ ਕੱਚ ਹੈ ਰੈਸਟ ਵਿੱਚ। ਮੈਂ ਦੇਖਿਆ ਕਿ ਬੋਡੀ ਮੇਰੀ ਮੂਵ ਨਹੀਂ ਕੀਤੀ। ਮੈਂ ਤੇ ਫੋਰਸ ਅਪਲਾਈ ਕੀਤੀ ਹੈ 10 ਨਿਊਟਨ, ਪਰ ਮੇਰੀ ਬੋਡੀ ਜਿਹੜੀ ਹੈ ਉਹ ਮੂਵ ਨਹੀਂ ਕੀਤੀ। ਇਹਦਾ ਕੀ ਮਤਲਬ? ਇਹਦਾ ਮਤਲਬ ਹੈ ਕਿ ਮੇਰੀ ਫੋਰਸ ਨੂੰ ਕਿਸੇ ਨੇ कैंसल करता। किन्ने कैंसल किया? ਇਹਦਾ मतलब है कि एक फ्रिक्शन जिहड़ी है वो पैदा हुई है, वो बिल्कुल ऑपोजिट पैदा होएगी। ओदी वैल्यू भी किन्नी पैदा हुई? 10 न्यूटन, बिल्कुल ऑपोजिट। फॉर एग्जांपल मान लो भी एक साडे कोल कोई ऑब्जेक्ट है या कोई बॉल है या कोई भी चीज है साडे कोल, ਅਸੀਂ ਇਹਨੂੰ ਇਧਰੋਂ ਧੱਕਾ ਮਾਰਦੇ ਹਾਂ ਤੇ ਉਧਰੋਂ ਜਿਹੜਾ ਆਦਮੀ ਉਹ ਆਪੋजिट ਧੱਕਾ ਮਾਰਦਾ ਹੈ ਤੇ ਬਰਾਬਰ ਦੀ ਅਸੀਂ ਫੋਰਸ ਲਗਾ ਰਹੇ ਹਾਂ। ਕੀ ਉਹ ਬੋਡੀ ਮੂਵ ਕਰੇਗੀ? ਨਹੀਂ ਮੂਵ ਕਰੇਗੀ। ਇਹਦਾ ਮਤਲਬ ਮੇਰੀ ਫੋਰਸ ਨੂੰ ਉਸ ਬੋਡੀ ਨੇ, ਦੂਜੇ ਆਦਮੀ ਨੇ ਕੈਂਸਲ ਕਰ ਦਿੱਤਾ। ਤੇ ਇੱਥੇ ਤੇ ਸਾਡੇ ਕੋਲ ਉਧਰੋਂ ਕੋਈ ਵੀ ਜਿਹੜਾ ਹੈ ਆਦਮੀ ਫੋਰਸ ਨਹੀਂ ਲਗਾ ਰਿਹਾ। ਮੈਂ ਤੇ ਫੋਰਸ ਕਿੰਨੀ ਲਗਾਈ? 10। ਮੈਂ ਦੇਖਿਆ ਮੇਰੀ ਬੋਡੀ ਨਹੀਂ ਮੂਵ ਕੀਤੀ। ਇਹਦਾ ਮਤਲਬ ਜੇ ਮੇਰੀ ਬੋਡੀ ਨਹੀਂ ਮੂਵ ਕੀਤੀ, ਇਹਦਾ ਮਤਲਬ ਹੈ ਕਿ ਮੇਰੀ ਫੋਰਸ ਨੂੰ ਕਿਸੇ ਨੇ ਕੈਂਸਲ ਕੀਤਾ ਹੈ। ਤੇ ਉਹ ਫੋਰਸ ਕਿਹੜੀ ਹੋਏਗੀ? ਉਹ ਸਾਡੀ ਫੋਰਸ ਹੋਏਗੀ ਫ੍ਰਿਕਸ਼ਨ, ਤੇ ਉਹਦੀ ਡਾਇਰੈਕਸ਼ਨ ਹੈ ਜਿਹੜੀ ਮੇਰੇ ਬਿਲਕੁਲ ਆਪੋजिट ਹੋਏਗੀ। ਤੇ ਆ ਫ੍ਰਿਕਸ਼ਨ ਦਾ ਨਾਮ ਹੁੰਦਾ ਹੈ ਸਟੈਟਿਕ ਫ੍ਰਿਕਸ਼ਨ। ਸਟੈਟਿਕ ਮਾਨੇ ਰੈਸਟ। ਉਹ ਫੋਰਸ ਆਫ ਫ੍ਰਿਕਸ਼ਨ ਜਿਹੜੀ ਪੈਦਾ ਹੁੰਦੀ ਹੈ ਜਦੋਂ ਕੋਈ ਬੋਡੀ ਜਿਹੜੀ ਹੈ ਉਹ ਰੈਸਟ ਵਿੱਚ ਹੋਵੇ। ਅਸੀਂ ਬਾਹਰੋਂ ਫੋਰਸ ਲਗਾਈਏ ਪਰ ਬੋਡੀ ਮੂਵ ਨਾ ਕਰੇ। ਇਹਦਾ ਮਤਲਬ ਹੈ ਉਹ ਜਿਹੜੀ ਫ੍ਰਿਕਸ਼ਨ ਹੈ ਜਿਨੇ ਬੋਡੀ ਨੂੰ ਮੂਵ ਹੋਣ ਤੋਂ ਰੋਕਿਆ, that is called the static friction। ਇਸ ਨੂੰ ਅਸੀਂ ਬੋਲਦੇ ਹਾਂ static friction। now ਕੀ ਸਟੈਟਿਕ ਫ੍ਰਿਕਸ਼ਨ ਜਿਹੜੀ ਹੈ ਮੇਰੀ 10 ਨਿਊਟਨ ਹੀ ਹੋਏਗੀ? ਮੈਂ ਕੀ ਕੀਤਾ, ਆਓ ਇਹਨੂੰ ਫਰਦਰ ਸਟੱਡੀ ਕਰੀਏ। ਮੈਂ ਕੀ ਕੀਤਾ, ਬਾਹਰੋਂ ਫੋਰਸ ਜਿਹੜੀ ਹੈ 15 ਨਿਊਟਨ ਕਰਤੀ। ਮੈਂ ਦੇਖਿਆ ਮੇਰੀ ਬੋਡੀ ਨਹੀਂ ਮੂਵ ਕਰ ਰਹੀ। ਅਸੀਂ ਬਾਹਰੋਂ ਜਿਹੜੀ ਹੈ ਫੋਰਸ ਨੂੰ ਅਸੀਂ ਵਧਾਤਾ ਤੇ ਫੋਰਸ ਨੂੰ ਵਧਾ ਕੇ ਅਸੀਂ ਕਰ ਦਿੱਤਾ 15 ਨਿਊਟਨ, ਪਰ ਬੋਡੀ ਮੇਰੀ ਫਿਰ ਨਹੀਂ ਮੂਵ ਕੀਤੀ। ਹੁਣ ਆਪੇ ਸੋਚੋ, ਜੇ ਬੋਡੀ ਮੇਰੀ 15 ਨਿਊਟਨ ਤੇ ਵੀ ਨਹੀਂ ਮੂਵ ਕੀਤੀ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਕਿ ਮੇਰੀ 15 ਨਿਊਟਨ ਫੋਰਸ ਵੀ कैंसल हो गई। किन्ने कैंसल की होएगी? फ्रिक्शन ने। प्लीज टेल मी व्हाट विल बी द वैल्यू ऑफ फोर्स ऑफ फ्रिक्शन नाउ। हुण फ्रिक्शन दी किन्नी वैल्यू होएगी? हुण फ्रिक्शन दी जिहड़ी वैल्यू आएगी साडे कोल, दैट विल बी इक्वल टू 15 न्यूटन, क्योंकि बॉडी मेरी मूव ही नहीं कर रही। ਇਹਦਾ मतलब फ्रिक्शन ਜਿਹੜੀ है स्टैटिक वाली, स्टैटिक फ्रिक्शन ਜਿਹੜੀ है अपने आप ਨੂੰ ਐਡਜਸਟ ਕਰਦੀ ਹੈ ਅਕੋਰਡਿੰਗ ਟੂ ਅਪਲਾਈਡ ਫੋਰਸ। ਜਿੰਨਾ ਚਿਰ ਬੋਡੀ ਮੂਵ ਨਹੀਂ ਕਰ ਰਹੀ, ਉਹਨਾਂ ਚਿਰ ਜਿਹੜੀ ਹੈ ਸਟੈਟਿਕ ਫ੍ਰਿਕਸ਼ਨ ਆਪਣੇ ਆਪ ਨੂੰ ਐਡਜਸਟ ਕਰਦੀ ਜਾਂਦੀ ਹੈ ਅਕੋਰਡਿੰਗ ਟੂ ਅਪਲਾਈਡ ਫੋਰਸ। ਜੇ ਮੈਂ ਇਸ ਫੋਰਸ ਨੂੰ ਵਧਾਤਾ, ਮੰਨ ਲਓ ਵੀ ਇਸ ਫੋਰਸ ਨੂੰ, ਬੋਡੀ ਤੇ ਮੇਰੀ ਰੈਸਟ ਵਿੱਚ ਹੈ ਹੀ ਹਲੇ, ਮੈਂ ਫੋਰਸ ਨੂੰ ਵਧਾ ਕੇ 30 ਨਿਊਟਨ ਕਰਤਾ, ਬੋਡੀ ਮੇਰੀ ਫਿਰ ਵੀ ਰੈਸਟ ਵਿੱਚ ਹੀ ਹੈ। ਇਹਦਾ ਮਤਲਬ ਇਹ ਆਪਣੇ ਆਪ ਨੂੰ ਐਡਜਸਟ ਕਰੇਗੀ। ਕੀ ਐਡਜਸਟ ਕਰੇਗੀ? ਇਹ ਸਾਡੀ ਜਿਹੜੀ ਹੈ ਪੈਦਾ ਹੋ ਜਾਏਗੀ 30 ਨਿਊਟਨ, ਬਿਲਕੁਲ ਇਹਦੇ ਆਪੋजिट। ਇਟ ਮੀਨਸ ਜਿਹੜੀ ਸਟੈਟਿਕ ਫ੍ਰਿਕਸ਼ਨ ਹੈ ਉਹ ਸੈਲਫ ਐਡਜਸਟਿੰਗ ਇਨ ਨੇਚਰ। ਇਹ ਆਪਣੇ ਆਪ ਨੂੰ ਜਿਹੜੀ ਹੈ
एडजस्ट करती है अकॉर्डिंग टू अप्लाइड फोर्स। जिन्नी अप्लाइड फोर्स होएगी ਉਹਦੇ ਅਕॉर्डिंग ਆਪਣੇ ਆਪ ਨੂੰ ਐਡਜਸਟ ਕਰ ਲੇਗੀ ਤੇ ਰਹੇਗੀ ਬਾਡੀ ਕਦੋਂ ਰੈਸਟ ਵਿੱਚ। ਨਾਓ ਮੈਂ ਦੇਖਿਆ ਬਾਡੀ ਨਹੀਂ ਮੂਵ ਕਰ ਰਹੀ, 30 ਨਿਊਟਨ ਤੇ ਵੀ ਨਹੀਂ ਬਾਡੀ ਮੂਵ ਕੀਤੀ। ਮੈਂ ਕੀ ਕੀਤਾ, ਜਸਟ ਫੋਰਸ ਨੂੰ ਜਦੋਂ ਮੈਂ 30 ਪੁਆਇੰਟ ਮੰਨ ਲਓ ਵੀ 1 ਨਿਊਟਨ ਕੀਤਾ, ਜਦੋਂ ਮੈਂ 30.1 ਨਿਊਟਨ ਕੀਤਾ, ਥੋੜੀ ਜਿਹੀ ਵਧਾਈ, ਦੇਖਿਆ ਬਾਡੀ ਜਿਹੜੀ ਹੈ ਇਟ ਜਸਟ ਔਨ ਦਾ ਵਰਜ ਟੂ ਮੂਵ। ਸਾਨੂੰ ਪਤਾ ਲੱਗ ਗਿਆ ਕਿ ਹੁਣ ਬਾਡੀ ਮੂਵ ਹੀ ਕਰਨ ਵਾਲੀ ਹੈ। 30.1 ਨਿਊਟਨ ਜਦੋਂ ਫੋਰਸ ਲਗਾਈ, ਮੈਂ ਦੇਖਿਆ ਬਾਡੀ ਮੂਵ ਹੀ ਕਰਨ ਵਾਲੀ ਹੈ। ਇਹਦਾ ਮਤਲਬ ਮੈਨੂੰ ਪਤਾ ਲੱਗ ਗਿਆ ਜੇ ਮੈਂ 30.1 ਨਿਊਟਨ ਤੋਂ ਵੱਧ ਫੋਰਸ ਲਗਾਤੀ ਤੇ ਕੀ ਹੋਏਗਾ, ਬਾਡੀ ਨੇ ਮੂਵ ਕਰ ਜਾਣਾ ਹੈ। ਇਹ ਸਾਨੂੰ ਪਤਾ ਲੱਗ ਗਿਆ। ਇਹਦਾ ਮਤਲਬ ਕਿੰਨਾ ਚਿਰ ਉਹਨੇ ਆਪਣੇ ਆਪ ਨੂੰ ਐਡਜਸਟ ਕੀਤਾ, ਜਿੰਨਾ ਚਿਰ ਬਾਡੀ ਮੂਵ ਨਹੀਂ ਕੀਤੀ। ਕਿੱਥੋਂ ਤੱਕ ਉਹਨੇ ਐਡਜਸਟ ਕੀਤਾ, 30.1 ਤੱਕ ਬਾਡੀ ਜਿਹੜੀ ਹੈ ਮੂਵ ਨਹੀਂ ਕੀਤੀ, 30.1। ਪਰ ਮੈਨੂੰ ਪਤਾ ਜੇ ਮਾੜੀ ਜੀ ਵਧਾਈ ਤੇ ਬਾਡੀ ਨੇ ਮੂਵ ਕਰ ਜਾਣਾ। ਹੁਣ ਇਹਦਾ ਮਤਲਬ ਜਿਹੜੀ ਹੈ ਵੱਧ ਤੋਂ ਵੱਧ ਫ੍ਰਿਕਸ਼ਨ ਕਿੰਨੀ ਪੈਦਾ ਹੋਏਗੀ, 30.1। ਸਟੈਟਿਕ ਫ੍ਰਿਕਸ਼ਨ ਦੀ ਵੱਧ ਤੋਂ ਵੱਧ ਵੈਲਿਊ ਉਹ ਕਿੰਨੀ ਪੈਦਾ ਹੋਏਗੀ, 30.1, ਕਿਉਂਕਿ ਇਸ ਤੋਂ ਬਾਅਦ ਬਾਡੀ ਮੂਵ ਕਰ ਜਾਏਗੀ। ਐਂਡ that ਮੈਕਸਿਮਮ ਵੈਲਿਊ, ਜਿਹੜੀ ਮੈਕਸਿਮਮ ਵੈਲਿਊ ਹੈ ਕਾਦੀ, ਸਟੈਟਿਕ ਫ੍ਰਿਕਸ਼ਨ ਦੀ, ਮੈਕਸਿਮਮ ਵੈਲਿਊ ਆਫ ਸਟੈਟਿਕ ਫ੍ਰਿਕਸ਼ਨ, ਇਸ ਨੂੰ ਅਸੀਂ ਬੋਲਦੇ ਹਾਂ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ। It is called limiting static friction। I think ਤੁਹਾਨੂੰ ਕਲੀਅਰ ਹੋ ਗਿਆ। ਜੇ ਬਾਡੀ ਨਹੀਂ ਮੂਵ ਕਰਦੀ, ਇਹਦਾ ਮਤਲਬ ਹੈ ਕਿ ਮੇਰੀ ਅਪਲਾਈਡ ਫੋਰਸ ਨੂੰ ਕਿਸੇ ਨੇ ਕੈਨਸਲ ਕੀਤਾ। ਕਿੰਨੇ ਕੈਨਸਲ ਕੀਤਾ, ਫ੍ਰਿਕਸ਼ਨ ਨੇ। ਜੇ ਮੈਂ ਫੋਰਸ ਵਧਾਣਾ ਹੈ, ਬਾਡੀ ਫਿਰ ਨਹੀਂ ਮੂਵ ਕੀਤੀ, ਇਹਦਾ ਮਤਲਬ ਹੈ ਮੇਰੀ ਫ੍ਰਿਕਸ਼ਨ ਵੱਧਦੀ ਪਈ ਹੈ, ਹੋਰ ਵੱਧਦੀ ਜਾਏਗੀ, ਐਡਜਸਟ ਹੁੰਦੀ ਜਾਏਗੀ। ਪਰ ਜਦੋਂ ਬਾਡੀ ਮੂਵ ਕਰ ਜਾਏਗੀ, ਮੂਵ ਕਰਨ ਹੀ ਵਾਲੀ ਹੈ, ਉਸ ਟਾਈਮ ਤੇ ਜਿਹੜੀ ਮੈਕਸਿਮਮ ਫ੍ਰਿਕਸ਼ਨ ਜਿਹੜੀ ਪੈਦਾ ਹੋਏਗੀ ਉਸ ਨੂੰ ਅਸੀਂ ਬੋਲਦੇ ਹਾਂ ਸਟੈਟਿਕ ਲਿਮਿਟਿੰਗ ਫ੍ਰਿਕਸ਼ਨ। ਇਸ ਤੋਂ ਵੱਧ ਸਟੈਟਿਕ ਫ੍ਰਿਕਸ਼ਨ ਜਿਹੜੀ ਹੈ ਬੇਟਾ ਨਹੀਂ ਪੈਦਾ ਹੁੰਦੀ। ਆਈ ਥਿੰਕ ਤੁਹਾਨੂੰ ਇੱਥੇ ਤੱਕ ਜਿਹੜਾ ਹੈ ਅੱਜ ਦਾ ਲੈਕਚਰ ਕਲੀਅਰ ਹੋਇਆ। ਇਸ ਤੋਂ ਬਾਅਦ ਮੈਂ ਜਿਹੜਾ ਨੈਕਸਟ ਲੈਕਚਰ ਹੈ ਉਹਦੇ ਵਿੱਚ ਅਸੀਂ ਜਿਹੜਾ ਹੈ ਕਾਈਨੈਟਿਕ ਫ੍ਰਿਕਸ਼ਨ ਬਾਰੇ ਅਸੀਂ ਡਿਸਕਸ ਕਰਾਂਗੇ ਕਿ ਜਦੋਂ ਬਾਡੀ ਮੂਵ ਕਰ ਜਾਂਦੀ ਹੈ ਉਸ ਟਾਈਮ ਤੇ ਫ੍ਰਿਕਸ਼ਨ ਜਿਹੜੀ ਹੈ ਉਹਦਾ ਨਾਮ ਹੁੰਦਾ ਹੈ ਕਾਈਨੈਟਿਕ ਫ੍ਰਿਕਸ਼ਨ। ਆਈ ਵਿਲ ਡਿਸਕਸ ਇਨ ਦਾ ਨੈਕਸਟ ਲੈਕਚਰ। ਥੈਂਕ ਯੂ।